ਸਤਿ ਸ਼੍ਰੀ ਅਕਾਲ ਦੋਸਤੋ। ਅੱਜ ਅਸੀਂ ਇੱਕ ਨਵਾਂ ਚੈਪਟਰ ਸ਼ੁਰੂ ਕਰਾਂਗੇ। ਦੱਖਣ ਭਾਰਤ ਦੇ ਸਾਮਰਾਜ ਪਾਰਟ 1 ਕਿੰਗਡਮਸ ਆਫ ਸਾਊਥ ਇੰਡੀਆ। ਪਹਿਲਾਂ ਅਸੀਂ ਨਾਰਥ ਇੰਡੀਆ ਦੀ ਉੱਤਰ ਭਾਰਤ ਦੀ ਗੱਲ ਕੀਤੀ ਸੀ। ਗੁਪਤ ਸਾਮਰਾਜ ਦੀ ਗੱਲ ਹੋਈ, ਫਿਰ ਹਰਸ਼ਵਰਧਨ ਦੀ ਗੱਲ ਹੋਈ। ਹੁਣ ਅਸੀਂ ਚੱਲਾਂਗੇ ਜੀ ਦੱਖਣ ਭਾਰਤ ਵੱਲ। ਤਾਂ ਪਹਿਲਾਂ ਗੱਲ ਕਰਾਂਗੇ ਜੀ ਪੱਲਵ ਦੀ। ਪੱਲਵ ਸਾਮਰਾਜ ਦੀ। ਇਹ ਦੇਖੋ ਜੀ, ਪੱਲਵ ਕਿੱਥੋਂ ਆਏ ਕਿੱਥੋਂ ਨਹੀਂ ਆਏ ਉਹ ਇੰਨਾ ਇੰਪੋਰਟੈਂਟ ਨਹੀਂ, ਪਰ ਇੰਨਾ ਤੁਸੀਂ ਯਾਦ ਰੱਖੋ ਕਿ ਪੱਲਵ ਵੀ ਇੱਕ ਇੰਪੋਰਟੈਂਟ ਗਰੁੱਪ ਸੀ ਇਸ ਏਰੀਏ ਵਿੱਚ, ਸਾਊਥ ਇੰਡੀਆ ਵਿੱਚ। ਤਾਂ ਡਿਊ ਕੋਰਸ ਆਫ ਟਾਈਮ ਇਹਨਾਂ ਨੇ ਜਿੱਤਾਂ ਪ੍ਰਾਪਤ ਕੀਤੀਆਂ ਅਤੇ ਆਪਣਾ ਸਾਮਰਾਜ ਸਥਾਪਿਤ ਕਰ ਲਿਆ। ਤਾਮਿਲ ਦੇਸ਼ ਵਿੱਚ ਸੰਗਮ ਯੁੱਗ ਦੇ ਪਤਨ ਤੋਂ ਬਾਅਦ ਕਾਲਪਰਾ ਰਾਜ ਲਗਭਗ 250 ਸਾਲ ਤੱਕ ਚੱਲਿਆ। ਸੰਗਮ ਯੁੱਗ 300 ਈਸਾ ਪੂਰਬ ਤੋਂ 300 ਈਸਵੀ ਤੱਕ। ਉਸ ਤੋਂ ਬਾਅਦ ਕੀ ਆ, ਕਾਲਪਰਾ ਰਾਜ ਆ ਗਿਆ। ਸੰਗਮ ਰਾਜ ਵਿੱਚ ਕਿਹੜੇ ਤਿੰਨ ਸੀਗੇ ਰਾਜੇ ਸਾਮਰਾਜ? ਉਹ ਸੀ ਜੀ ਚੋਲਾ, ਥੱਲੇ ਪਾਂਡਿਆ, ਇੱਥੇ ਸੀ ਚੋਲ, ਇੱਥੇ ਸੀ ਪਾਂਡਿਆ ਤੇ ਇੱਥੇ ਸੀ ਚੇਰਾ। ਉਸ ਤੋਂ ਬਾਅਦ ਇਸ ਸਾਊਥ ਇੰਡੀਅਨ ਵਿੱਚ ਕਾਲਪਰਾ ਦਾ ਰਾਜ ਆ ਗਿਆ ਜੋ ਕਿ 250 ਸਾਲ ਤੱਕ ਚੱਲਿਆ। ਠੀਕ। ਇਸ ਤੋਂ ਬਾਅਦ ਪੱਲਵਾਂ ਨੇ ਕਾਂਚੀਪੁਰਮ ਵਿਖੇ ਆਪਣੀ ਰਾਜਧਾਨੀ ਦੇ ਨਾਲ ਟੋਂਡੇ ਮੰਡਲਮ ਵਿੱਚ ਆਪਣਾ ਰਾਜ ਸਥਾਪਿਤ ਕੀਤਾ। ਮਤਲਬ ਇੱਥੇ ਕੋਈ ਹੋਏਗਾ ਏਰੀਆ ਟੋਂਡੇ ਮੰਡਲਮ ਤੇ ਰਾਜਧਾਨੀ ਕਿਹੜੀ ਸੀ? ਕਾਂਚੀਪੁਰਮ ਰਾਜਧਾਨੀ ਸੀ। ਇਹ ਤੁਸੀਂ ਯਾਦ ਰੱਖਣਾ ਕਿ ਆਂਧਰਾ ਦਾ ਸਾਊਥ ਤੇ ਆਪਣਾ ਤਮਿਲਨਾਡੂ ਦਾ ਨਾਰਥ, ਇਹ ਸਾਰਾ ਏਰੀਆ ਕੀ ਸੀਗਾ? ਇੱਥੇ ਪੱਲਵਾਂ ਦਾ ਰਾਜ ਸੀ। ਪੱਲਵ ਡਾਇਨੈਸਟੀ 7ਵੀਂ ਈਸਵੀ ਦੀ ਗੱਲ ਹੋ ਰਹੀ ਹੈ। ਠੀਕ। ਪੱਲਵ ਡਾਇਨੈਸਟੀ 645 AD ਦੀ ਗੱਲ ਕਰੀਏ ਤਾਂ ਇੰਨਾ ਰਾਜ ਸੀ। ਇੱਥੇ ਤੁਸੀਂ ਇਹ ਵੀ ਯਾਦ ਰੱਖਣਾ ਕਿ ਆਹ ਕਰਨਾਟਕਾ, ਮਹਾਰਾਸ਼ਟਰਾ, ਆਂਧਰਾ ਦਾ ਕਾਫੀ ਹਿੱਸਾ, ਇੱਥੇ ਚਾਲੁਕਿਆ ਲੋਕਾਂ ਦਾ ਰਾਜ ਸੀ। ਚਾਲੁਕਿਆ ਕਿੰਗਡਮ ਸੀ, ਚਾਲੁਕਿਆ ਸਾਮਰਾਜ ਸੀ। ਚਾਲੁਕਿਆ ਤੇ ਪੱਲਵਾਂ ਦਾ ਆਪਸ ਵਿੱਚ ਸੰਘਰਸ਼ ਚੱਲਦਾ ਰਹਿੰਦਾ ਸੀ। ਕਦੀ ਇਹ ਜਿੱਤ ਗਏ, ਕਦੀ ਇਹ ਜਿੱਤ ਗਏ। ਇਹਨਾਂ ਨੇ ਆਪਣੀ ਹਾਰ ਦਾ ਬਦਲਾ ਲੈ ਲਿਆ, ਫਿਰ ਇਹਨਾਂ ਨੇ ਆਪਣੀ ਹਾਰ ਦਾ ਬਦਲਾ ਲੈ ਲਿਆ। ਇਸ ਤਰ੍ਹਾਂ ਦਾ ਕੰਮ ਚੱਲਦਾ ਰਹਿੰਦਾ ਸੀ ਪੱਲਵਾ ਤੇ ਚਾਲੁਕਿਆਂ ਦੇ ਵਿਚਕਾਰ। ਠੀਕ। ਉਹਨਾਂ ਦਾ ਰਾਜ ਉਦੋਂ ਤੱਕ ਜਾਰੀ ਰਿਹਾ ਜਦੋਂ ਤੱਕ 10ਵੀਂ ਸਦੀ ਈਸਵੀ ਦੇ ਸ਼ੁਰੂ ਵਿੱਚ ਟੋਂਡਾਈ ਮੰਡਲਮ ਨੂੰ ਸ਼ਾਹੀ ਚੋਲਾਂ ਦੁਆਰਾ ਆਪਣੇ ਕਬਜ਼ੇ ਵਿੱਚ ਨਹੀਂ ਲੈ ਲਿਆ ਗਿਆ। ਇਹ ਕਦੋਂ ਤੱਕ ਰਾਜ ਰਿਹਾ? 10ਵੀਂ ਸ਼ਤਾਬਦੀ ਤੱਕ। 10ਵੀਂ ਸਦੀ ਵਿੱਚ ਅਸੀਂ ਪੜ੍ਹਾਂਗੇ ਚੋਲਾ ਦਾ ਰਾਜ ਹੋਇਆ। ਚੋਲ ਸਾਮਰਾਜ ਪਹਿਲੀ ਸ਼ਤਾਬਦੀ ਦੇ ਕਰੀਬ, ਪਹਿਲੀ ਆਪਣੀ ਈਸਾ ਦੇ ਟਾਈਮ, ਪਹਿਲੀ ਸੈਂਚੁਰੀ ਦੇ ਕਰੀਬ, ਤੇ ਬਾਅਦ ਵਿੱਚ ਫਿਰ 10ਵੀਂ ਸੈਂਚੁਰੀ ਦੇ ਕਰੀਬ ਫਿਰ ਚੋਲਾ ਅੰਪਾਇਰ ਰਾਜ ਹੋਇਆ ਸੀ। ਇਹ ਅਸੀਂ ਗੱਲਾਂ ਪੜ੍ਹਾਂਗੇ। ਤੇ ਮੇਨ ਗੱਲ ਕੀ ਆ ਕਿ ਪੱਲਵਾਂ ਦਾ ਰਾਜ ਤਦ ਤੱਕ ਰਿਹਾ ਜਦ ਤੱਕ ਚੋਲਾਂ ਨੇ ਇਹਨਾਂ ਨੂੰ ਹਰਾ ਨਹੀਂ ਦਿੱਤਾ। ਵਿਦਵਾਨਾਂ ਦੁਆਰਾ ਵਿਆਪਕ ਤੌਰ ਤੇ ਸਵੀਕਾਰ ਕੀਤਾ ਇਹ ਵਿਚਾਰ ਹੈ ਕਿ ਪੱਲਵ ਟੋਂਡਾਈ ਮੰਡਲਮ ਦੇ ਮੂਲ ਨਿਵਾਸੀ ਸਨ। ਹੁਣ ਨਾ ਇਹ ਵੀ ਗੱਲ ਆ ਕਿ ਇਹ ਪੱਲਵ ਕਿੱਥੋਂ ਆਏ, ਇਸ ਬਾਰੇ ਵੱਖ-ਵੱਖ ਮੱਤ ਆ। ਕੋਈ ਤਾਂ ਇਹਨਾਂ ਨੂੰ ਕਹਿੰਦੇ ਇਹ ਪਾਰਥੀਅਨ ਦੇ ਵੰਸ਼ਜ ਆ, ਕੋਈ ਕੁਛ ਕਹਿੰਦੇ ਆ। ਪਰ ਇੱਕ ਜੇ ਕਾਮਨ ਅੰਡਰਸਟੈਂਡਿੰਗ ਦੇਖੀਏ ਵਿਦਵਾਨਾਂ ਦੀ ਤਾਂ ਉਹ ਇਹੀ ਆ ਕਿ ਉਹ ਇਸ ਏਰੀਏ ਦੇ ਮੂਲ ਨਿਵਾਸੀ ਹੀ ਸਨ, ਕੋਈ ਬਾਹਰੋਂ ਨਹੀਂ ਆਏ ਸੀ। ਹੁਣ ਇਹਨਾਂ ਦੇ ਮੇਨ ਰਾਜੇ ਪੜ੍ਹ ਲਈਏ। ਅਸੀਂ ਨਾ ਜ਼ਿਆਦਾ ਡੀਪ ਵਿੱਚ ਨਹੀਂ ਜਾਣਾ ਕਿ ਪਹਿਲਾ ਰਾਜਾ ਕਿਹੜਾ ਸੀ, ਦੂਜਾ ਕਿਹੜਾ ਸੀ, ਕਿਹਨੂੰ ਹਰਾਇਆ ਤੇ ਫਿਰ ਆਪਣੀ ਸੱਤਾ ਬਣਾਈ, ਆਪਣਾ ਇੱਕ ਸਾਮਰਾਜ ਬਣਾਇਆ। ਅਸੀਂ ਸਿੱਧਾ ਮੇਨ ਇੰਪੋਰਟੈਂਟ ਰਾਜਿਆਂ ਤੇ ਆਉਂਦੇ ਹਾਂ। ਪ੍ਰਮੁੱਖ ਸ਼ਾਸਕ ਜਿਨ੍ਹਾਂ ਨੇ ਰਾਜ ਕੀਤਾ, ਉਹਨਾਂ ਵਿੱਚ ਪਹਿਲਾ ਹੈ ਜੀ ਮਹਿੰਦਰ ਵਰਮਨ ਪਹਿਲਾ 600 ਤੋਂ 630 ਈਸਵੀ ਤੱਕ। ਮਹਿੰਦਰ ਵਰਮਨ ਫਸਟ। ਲੰਬੇ ਸਮੇਂ ਤੋਂ ਚੱਲਿਆ ਪੱਲਵ ਚਾਲੁਕਿਆ ਸੰਘਰਸ਼। ਪੱਲਵ ਤੇ ਚਾਲੁਕਿਆ ਇਹਨਾਂ ਵਿੱਚ ਸੰਘਰਸ਼ ਕਾਫੀ ਦੇਰ ਤੱਕ ਚੱਲਦਾ ਰਿਹਾ। ਸ਼ੁਰੂ ਕਦੋਂ ਹੋਇਆ ਸੀ? ਇਸੇ ਦੇ ਸਮੇਂ ਦੌਰਾਨ ਸ਼ੁਰੂ ਹੋਇਆ ਸੀ। ਕਿਸ ਦੇ? ਮਹਿੰਦਰ ਵਰਮਨ ਪਹਿਲੇ ਦੇ ਸਮੇਂ ਦੌਰਾਨ ਸ਼ੁਰੂ ਹੋਇਆ ਸੀ। ਪੁਲਕੇਸਿਨ II, ਯਾਦ ਕਰੋ ਪੁਲਕੇਸਿਨ II ਕੌਣ ਸੀ? ਜਿਸ ਨੇ ਹਰਸ਼ਵਰਧਨ ਦੀ ਦੱਖਣ ਮੁਹਿੰਮ ਨੂੰ ਰੋਕ ਦਿੱਤਾ ਸੀ। ਪੁਲਕੇਸਿਨ II ਨੇ ਪੱਲਵਾਂ ਦੇ ਵਿਰੁੱਧ ਮਾਰਚ ਕੀਤਾ, ਸੈਨਾ ਲੈ ਕੇ ਆਇਆ ਅਤੇ ਉਹਨਾਂ ਦੇ ਰਾਜ ਦੇ ਉੱਤਰੀ ਹਿੱਸੇ ਤੇ ਕਬਜ਼ਾ ਕਰ ਲਿਆ। ਪੁਲਕੇਸਿਨ II ਨੇ ਕਦੋਂ? ਮਹਿੰਦਰ ਵਰਮਨ I ਦੇ ਸਮੇਂ।
ठीक है जी। ਉਹ ਫਿਰ ਕਹਿਣ ਦਾ ਮਤਲਬ ਇੱਥੇ ਹੈ ਮਹਿੰਦਰ ਵਰਮਨ ਦਾ ਏਰੀਆ ਆਪਣੇ ਅੰਦਰ ਲੈ ਲਿਆ ਪੁਲਕੇਸਿਨ II ਨੇ। ਚਾਲੁਕਿਆ ਰਾਜਾ ਪੁਲਕੇਸਿਨ II ਨੇ ਮਹਿੰਦਰ ਵਰਮਨ ਦਾ ਏਰੀਆ ਆਪਣੇ ਹੱਥ ਵਿੱਚ ਲੈ ਲਿਆ। ਕਈ ਸ਼ਿਲਾਲੇਖ ਇਹ ਵੀ ਕਹਿੰਦੇ ਆ ਕਿ ਮਹਿੰਦਰ ਵਰਮਨ ਜਿੱਤ ਗਿਆ। ਜਿੱਤਿਆ ਹਾਰਿਆ ਕੋਈ ਵੀ ਹੋਵੇ, ਪਰ ਇੰਨਾ ਹੈ ਕਿ ਪੁਲਕੇਸਿਨ II ਨੇ ਪੱਲਵਾਂ ਦਾ ਕਾਫੀ ਖੇਤਰ ਆਪਣੇ ਅੰਦਰ ਲੈ ਲਿਆ। ਠੀਕ ਹੈ ਜੀ। ਹੁਣ ਇਹ ਬਦਲਾ ਲਿਆ ਸੀ ਜੀ ਬਾਅਦ ਵਾਲੇ ਪੱਲਵ ਰਾਜੇ ਨੇ। ਥੋੜਾ ਹੁਣ ਮਹਿੰਦਰ ਵਰਮਨ ਵਾਲੇ ਪੜ੍ਹ ਲਈਏ। ਮਹਿੰਦਰ ਵਰਮਨ ਪਹਿਲੇ ਆਪਣੇ ਜੀਵਨ ਦੇ ਸ਼ੁਰੂਆਤੀ ਦੌਰ ਵਿੱਚ ਜੈਨ ਧਰਮ ਦਾ ਅਨੁਆਈ ਸੀ। ਜਿਹੜਾ ਮਹਿੰਦਰ ਵਰਮਨ ਪਹਿਲਾ ਸੀ ਉਹ ਸ਼ੁਰੂ ਵਿੱਚ ਕੀ ਸੀ? ਜੈਨ ਧਰਮ ਦਾ ਅਨੁਆਈ ਸੀ। ਇਸ ਤਰ੍ਹਾਂ ਦੇ ਕੁਐਸਚਨ ਪੁੱਛ ਲਿਆ ਜਾਂਦੇ ਆ। ਉਹ ਕਿਹੜਾ ਰਾਜਾ ਸੀ ਸਾਊਥ ਇੰਡੀਆ ਦਾ ਜਿਹੜਾ ਪਹਿਲਾਂ ਜੈਨ ਸੀ, ਫਿਰ ਸ਼ਿਵ ਭਗਤ ਬਣ ਗਿਆ, ਤਾਂ ਫਿਰ ਉਹਨੇ ਆਹ ਕੰਮ ਕੀਤੇ, ਦੱਸੋ ਜੀ ਉਹ ਕਿਹੜਾ ਰਾਜਾ ਸੀ? ਉਹ ਸੀ ਮਹਿੰਦਰ ਵਰਮਨ ਪਹਿਲਾ। ਉਹ ਸ਼ੈਵ ਸੰਤ ਤਿਰੂਨਾਵੁਕ ਰਾਸਰ ਉਰਫ ਅੱਪੜ ਨਹੀਂ, ਇੱਥੇ ਅੱਪੜ ਨਹੀਂ, ਅੱਪੜ ਦੇ ਪ੍ਰਭਾਵ ਦੁਆਰਾ ਸ਼ੈਵ ਧਰਮ ਵਿੱਚ ਤਬਦੀਲ ਹੋ ਗਿਆ ਸੀ। ਆਹ ਵੱਡੇ ਵੱਡੇ ਨਾਮ ਯਾਦ ਕਰਨ ਦੀ ਲੋੜ ਨਹੀਂ ਆ, ਸਿੰਪਲ। ਅੱਪੜ ਦੇ ਪ੍ਰਭਾਵ ਇੱਕ ਜੈਨ ਸੰਤ ਸੀ, ਸ਼ਿਵਜੀ ਸ਼ੈਵ ਸੰਤ ਸੀ। ਸ਼ੈਵ ਮਤਲਬ ਸ਼ੈਵਾਈਟ, ਸ਼ਿਵਜੀ ਨੂੰ ਪੂਜਣ ਵਾਲਾ ਸੰਤ ਸੀ ਅੱਪੜ, ਤੇ ਉਹਦੇ ਪ੍ਰਭਾਵ ਸਦਕਾ ਉਹ ਫਿਰ ਸ਼ੈਵ ਧਰਮ ਵਿੱਚ ਤਬਦੀਲ ਹੋ ਗਿਆ, ਸ਼ੈਵਾਈਟ। ਇਹ ਅਸੀਂ ਹੁਣ ਕਹਿੰਦੇ ਹਾਂ ਹਿੰਦੂ ਧਰਮ ਵਗੈਰਾ, ਉਸ ਵੇਲੇ ਕੀ ਸੀਗੇ? ਸ਼ੈਵਾਈਟ, ਵੈਸ਼ਨਵਾਈਟ, ਇਸ ਤਰ੍ਹਾਂ। ਤੇ ਹੁਣ ਸ਼ਿਵਜੀ ਦਾ ਪੁਜਾਰੀ ਬਣ ਗਿਆ। ਕੌਣ? ਮਹਿੰਦਰ ਵਰਮਨ। ਕੁਐਸਚਨ ਆ ਜਾਣਾ ਉਹ ਕਿਹੜਾ ਰਾਜਾ ਸੀ ਪਹਿਲਾਂ ਜਿਹੜਾ ਜੈਨ ਸੀ, ਬਾਅਦ ਵਿੱਚ ਸ਼ਿਵਜੀ ਦਾ ਪੁਜਾਰੀ ਬਣ ਗਿਆ ਸੀ? ਮਹਿੰਦਰ ਵਰਮਨ ਪਹਿਲਾ। ਉਸਨੇ ਤਿਰੂਵਾਤੀ ਵਿਖੇ ਇੱਕ ਸ਼ਿਵ ਮੰਦਿਰ ਬਣਵਾਇਆ। ਤਿਰੂਵਾਤੀ ਦਾ ਤੁਹਾਨੂੰ ਯਾਦ ਨਹੀਂ ਰਹਿਣਾ, ਹਾਂ ਉਸਨੇ ਇੱਕ ਸ਼ਿਵ ਮੰਦਿਰ ਵੀ ਬਣਵਾਇਆ ਸੀ। ਉੱਪਰੋਂ ਅਸੀਂ ਪੜ੍ਹ ਲੈਂਦੇ ਹਾਂ, ਜ਼ਿਆਦਾ ਨਾਮ ਯਾਦ ਨਹੀਂ ਕਰਨੇ, ਨਾ ਹੀ ਤੁਹਾਨੂੰ ਯਾਦ ਰਹਿਣੇ ਆ, ਕੰਮ ਦੀਆਂ ਗੱਲਾਂ ਆਪਾਂ ਚੱਕ ਲੈਣੀਆਂ। ਉਸਨੇ ਗੁਣਪੜਾ, ਸਤਿਆਸੰਧਾ, ਚੇਤਕਾਰੀ ਮਤਲਬ ਮੰਦਰਾਂ ਦਾ ਨਿਰਮਾਤਾ, ਚੇਤਕਾਰੀ ਦਾ ਮਤਲਬ ਮੰਦਰਾਂ ਦਾ ਨਿਰਮਾਤਾ, ਚਿੱਤਰਕਾਰਪੁਲੀ, ਵਿਚਿੱਤਰਚਿੱਤ, ਹਾਂ ਇਹ ਠੀਕ ਆ, ਵਿਚਿੱਤਰਚਿੱਤ, ਮੱਟ ਵਿਲਾਸ ਵਰਗੇ ਕਈ ਨਾਮ ਧਾਰਨ ਕੀਤੇ। ਉਸਦੇ ਕਈ ਨਾਂ ਸੀ। ਇਸ ਤਰ੍ਹਾਂ ਦਾ ਪ੍ਰਸ਼ਨ ਪੁੱਛਿਆ ਜਾ ਸਕਦਾ। ਸਤਿਆਸੰਧ, ਚੇਤਕਾਰੀ, ਚਿੱਤਰਕਾਰਪੁਲੀ, ਵਿਚਿੱਤਰਚਿੱਤ ਅਤੇ ਮੱਟ ਵਿਲਾਸ, ਇਸ ਤਰ੍ਹਾਂ ਦੇ ਕਈ ਨਾਮ ਉਸਦੇ ਸੀਗੇ। ਕਈ ਨਾਮ ਉਸਨੇ ਆਪਣੇ ਰੱਖੇ ਸੀ। ਉਹ ਕੌਣ ਸੀ? ਮਹਿੰਦਰ ਵਰਮਨ ਪਹਿਲਾ। ਉਹ ਗੁਫਾ ਮੰਦਰਾਂ ਦਾ ਮਹਾਨ ਨਿਰਮਾਤਾ ਸੀ। ਠੀਕ, ਕੇਵ ਟੈਂਪਲਸ, ਪਹਾੜਾਂ ਨੂੰ ਕੱਟ ਕੇ ਇੱਕ ਗੁਫਾ ਟਾਈਪ ਬਣਾ ਲੈਣੀ, ਤਾਂ ਉਹ ਕੀ ਆ? ਪੂਜਾ ਦਾ ਸਥਾਨ ਇੱਕ ਬਣਾ ਲੈਣਾ, ਮੰਦਿਰ ਬਣਾ ਲੈਣੇ ਪਹਾੜਾਂ ਨੂੰ ਕੱਟ ਕੇ, ਗੁਫਾ ਮੰਦਿਰ, ਕੇਵ ਟੈਂਪਲਸ, ਇਹ ਉਸਨੇ ਬਹੁਤ ਬਣਾਏ। ਮੰਡਗਪੱਟੂ ਸ਼ਿਲਾਲੇਖ ਵਿੱਚ ਉਸਨੂੰ ਵਿਚਿੱਤਰਚਿੱਤ ਕਿਹਾ ਗਿਆ ਹੈ, ਜਿਸਨੇ ਇੱਟਾਂ, ਲੱਕੜ, ਧਾਤ ਅਤੇ ਮੋਰਟਾਰ ਦੀ ਵਰਤੋਂ ਕੀਤੇ ਬਿਨਾਂ, ਮੋਰਟਾਰ ਮਤਲਬ ਆ ਜਿਹੜਾ ਮਸਾਲਾ ਤਿਆਰ ਹੁੰਦਾ ਆ ਸੀਮਿੰਟ, ਰੇਤਾ ਵਗੈਰਾ ਪਾ ਕੇ ਇਹਨਾਂ ਸਭ ਦੀ ਵਰਤੋਂ ਕੀਤੇ ਬਿਨਾਂ ਬ੍ਰਹਮਾ, ਵਿਸ਼ਨੂੰ ਅਤੇ ਸ਼ਿਵ ਲਈ ਇੱਕ ਮੰਦਿਰ ਦਾ ਨਿਰਮਾਣ ਕੀਤਾ ਸੀ। ਇਹ ਇੰਪੋਰਟੈਂਟ ਲਾਈਨ ਆ ਇਹ। ਮੰਡਗਪੱਟੂ ਸ਼ਿਲਾਲੇਖ, ਇਹ ਸ਼ਾਇਦ ਤੁਹਾਨੂੰ ਨਾਮ ਯਾਦ ਨਾ ਰਵੇ ਕਿਹੜਾ ਸ਼ਿਲਾਲੇਖ। ਹਾਂ, ਇੱਕ ਸ਼ਿਲਾਲੇਖ ਵਿੱਚ ਉਸਨੂੰ ਵਿਚਿੱਤਰਚਿੱਤ ਕਿਹਾ ਗਿਆ ਹੈ। ਇਸ ਦਾ ਮਤਲਬ ਕੀ ਆ? ਇਸ ਦਾ ਮਤਲਬ ਕਿਉਂਕਿ ਉਸਨੇ ਇੱਟਾਂ, ਲੱਕੜ, ਧਾਤੂ, ਮੋਰਟਾਰ ਦੀ ਵਰਤੋਂ ਕੀਤੇ ਬਿਨਾਂ ਬ੍ਰਹਮਾ, ਵਿਸ਼ਨੂੰ ਅਤੇ ਮਹੇਸ਼ ਮਤਲਬ ਸ਼ਿਵ ਲਈ ਇੱਕ ਮੰਦਿਰ ਦਾ ਨਿਰਮਾਣ ਕੀਤਾ ਸੀ। ਉਹ ਕਿਹੜਾ ਰਾਜਾ ਸੀ? ਮਹਿੰਦਰ ਵਰਮਨ ਪਹਿਲਾ। ਉਸਨੇ ਚੱਟਾਨ ਕੱਟੇ ਹੋਏ ਮੰਦਿਰ ਕਈ ਥਾਵਾਂ ਤੇ ਪਾਏ ਗਏ ਹਨ। ਉਸ ਦੁਆਰਾ ਬਣਾਏ ਗਏ ਰੌਕ ਕੱਟ ਟੈਂਪਲਸ, ਇਹ ਤੁਸੀਂ ਯਾਦ ਰੱਖੋ ਨਾ ਕਿ ਸਾਊਥ ਇੰਡੀਆ ਵਿੱਚ ਕੀ ਸੀ? ਇਗਨੀਅਸ ਰੌਕਸ ਆ, ਥੱਲਿਓਂ ਲਾਵਾ ਫੁੱਟ ਕੇ ਉੱਤੇ ਆ ਕੇ ਜਦੋਂ ਜੰਮ ਗਿਆ, ਹਨਾ, ਲਾਵਾ ਨਿਕਲਿਆ ਥੱਲਿਓਂ, ਉੱਤੇ ਆ ਕੇ ਜੰਮ ਗਿਆ, ਤੇ ਇੱਥੋਂ ਦੇ ਜਿਹੜੇ ਪੱਥਰ ਬਣੇ ਨਾ, ਪਠਾਰੀ ਪੱਥਰ, ਉਹਨਾਂ ਨੂੰ ਨਾ ਆਸਾਨੀ ਨਾਲ ਕੱਟ ਕੇ ਸ਼ੇਪ ਦਿੱਤੀ ਜਾ ਸਕਦੀ ਆ। ਸਾਡੇ ਨਾਰਥ ਇੰਡੀਆ ਦੇ ਜਿਹੜੇ ਪੱਥਰ ਆ, ਇਹਨਾਂ ਨੂੰ ਕੱਟੂਗੇ ਤਾਂ ਟੁਕੜੇ ਜਿਹੇ ਹੋਣ ਲੱਗ ਪੈਂਦੇ। ਉਹ ਛੋਟੇ ਛੋਟੇ ਬੋਲਡਰਸ ਆ। ਉੱਥੇ ਕੀ ਆ ਕਿ ਕਿੱਡਾ ਵੱਡੇ ਪੱਥਰ ਹੁੰਦੇ ਆ, ਤੁਸੀਂ ਉਹਨਾਂ ਨੂੰ ਕੱਟੋਗੇ ਤਾਂ ਸ਼ਾਰਪ ਕੱਟ ਸਕਦੇ ਆ। ਤੇ ਇਸ ਕਰਕੇ ਰੌਕ ਕੱਟ ਆਰਕੀਟੈਕਚਰ ਉੱਥੇ ਕਾਫੀ ਫੇਮਸ ਆ, ਵੀ ਰੌਕ ਨੂੰ ਕੱਟ ਕੇ ਕਈ ਤਰ੍ਹਾਂ ਦੀਆਂ ਮੂਰਤੀਆਂ, ਕਈ ਤਰ੍ਹਾਂ ਦੇ ਮੰਦਿਰ ਵਗੈਰਾ, ਹਨਾ, ਭਵਨ ਵਗੈਰਾ, ਪਿੱਲਰਸ ਵਗੈਰਾ ਦਾ ਨਿਰਮਾਣ ਕਰਦੇ ਸੀ ਉਹ ਚੱਟਾਨਾਂ ਨੂੰ ਕੱਟ ਕੇ।
ਤੇ ਇਸ ਮਹਿੰਦਰ ਵਰਮਨ ਨੇ ਵੀ ਚਟਾਨ ਕੱਟੇ ਹੋਏ ਮੰਦਰ ਕਈ ਥਾਵਾਂ ਤੇ ਬਣਾਏ। ਉਸਨੇ ਸੰਸਕ੍ਰਿਤ ਰਚਨਾ ਕਿਹੜੀ ਮਠ ਵਿਲਾਸ ਪ੍ਰਹਸਨਮ ਦੀ ਰਚਨਾ ਵੀ ਕੀਤੀ, ਮਤਲਬ ਸੰਸਕ੍ਰਿਤ ਦਾ ਵਿਦਵਾਨ ਵੀ ਸੀ ਉਹ। ਉਸਦਾ ਸਿਰਲੇਖ ਕੀ ਹੁੰਦਾ ਜੀ? ਉਸਦਾ ਨਾਮ, ਕਿਹੜਾ ਨਾਮ? ਚਿੱਤਰਕਾਰਪੁਲੀ। ਇਹ ਕਿੱਥੋਂ ਬਣਿਆ ਜੀ? ਚਿੱਤਰ ਤੋਂ। ਇਹਦਾ ਮਤਲਬ ਉਹ ਚਿੱਤਰਕਾਰੀ ਵਿੱਚ ਵੀ ਕਾਫੀ ਨਿਪੁੰਨ ਸੀ। ਚਿੱਤਰਕਾਰੀ ਵਿੱਚ ਉਸਦੀ ਪ੍ਰਤਿਭਾ ਨੂੰ ਪ੍ਰਗਟ ਕਰਤਾ ਹੈ ਉਸਦਾ ਆਹ ਵਾਲਾ ਸਿਰਲੇਖ, ਉਸਦਾ ਟਾਈਟਲ। ਇਹਦਾ ਮਤਲਬ ਉਹ ਚਿੱਤਰਕਾਰੀ ਵੀ ਜਾਣਦਾ ਸੀ। ਕਿੰਨੇ ਉਹਦੇ ਵਿੱਚ ਗੁਣ ਸੀ ਦੇਖੋ ਰਾਜੇ ਵਿੱਚ। ਉਸਨੂੰ ਸੰਗੀਤ ਦਾ ਮਾਹਿਰ ਵੀ ਮੰਨਿਆ ਜਾਂਦਾ ਹੈ, ਮਿਊਜ਼ਿਕ ਦਾ ਐਕਸਪਰਟ ਵੀ ਸੀ। ਕੁੱਡੂ ਮਿਆਨ ਮਲਾਈ ਦਾ ਸੰਗੀਤ ਸ਼ਿਲਾਲੇਖ ਉਸਦੇ ਨਾਲ ਸੰਬੰਧਿਤ ਹੈ, ਤੇ ਇਸ ਤਰ੍ਹਾਂ ਦਾ ਇਨਸਕ੍ਰਿਪਸ਼ਨ ਵੀ ਮਿਲੇ ਆ, ਸ਼ਿਲਾਲੇਖ ਵੀ ਮਿਲੇ ਆ ਜਿੱਥੇ ਉਸਦੇ ਸੰਗੀਤ ਬਾਰੇ ਗੱਲਾਂ ਹੋਈਆਂ। ਹਾਂ, ਮੇਨ ਗੱਲਾਂ ਤੁਸੀਂ ਯਾਦ ਰੱਖ ਲੈਣੀਆਂ। ਕੁੱਡੂ ਮਿਆਨ ਮਲਾਈ ਵਗੈਰਾ ਹੈ, ਕੋਈ ਇੰਨਾ ਯਾਦ ਰੱਖਣ ਦੀ ਜ਼ਰੂਰਤ ਨਹੀਂ। ਮੇਨ ਯਾਦ ਰੱਖ ਲਓ ਵੀ ਹਾਂ ਵੀ ਇੰਨਾ ਉਹਦਾ ਕੀ ਸੀਗਾ, ਇੰਨੇ ਉਹ 'ਚ ਗੁਣ ਸੀਗੇ। ਮਿਊਜ਼ੀਸ਼ੀਅਨ ਵੀ ਸੀ, ਚਿੱਤਰਕਾਰ ਵੀ ਸੀ, ਤੇ ਕਿਸ ਤਰ੍ਹਾਂ ਉਸਨੇ ਮੰਦਰ ਵਗੈਰਾ ਬਣਵਾਏ, ਇਹ ਸਭ ਗੱਲਾਂ ਤੁਸੀਂ ਤੋਂ ਸਮਝ ਲੈਣਾ। ਕਿਹਦੀ ਗੱਲ ਹੋ ਰਹੀ ਹੈ ਜੀ? ਮਹਿੰਦਰ ਵਰਮਨ ਵਨ ਦੀ ਗੱਲ ਹੋ ਰਹੀ ਆ। ਇਹ ਕੌਣ ਸੀ? ਪੱਲਵਾਂ ਦਾ ਰਾਜਾ। ਠੀਕ ਹੈ ਜੀ। ਅੱਗੇ ਗੱਲ ਕਰਦੇ ਜੀ ਨਰਸਿਮ ਵਰਮਨ ਪਹਿਲਾ। ਇਹ ਅਗਲਾ ਫੇਮਸ ਰਾਜਾ ਹੋ ਗਿਆ ਜੀ ਪੱਲਵਾਂ ਦਾ। ਨਰਸਿਮ ਵਰਮਨ ਪਹਿਲੇ ਨੂੰ ਮਮੱਲਾ ਵਜੋਂ ਵੀ ਜਾਣਿਆ ਜਾਂਦਾ ਹੈ। ਮਮੱਲਾ, ਇਸ ਨੂੰ ਮਮੱਲਾ ਵੀ ਕਹਿੰਦੇ ਆ। ਕੀ ਕਹਿੰਦੇ? ਮਮੱਲਾ, ਜਿਸ ਦਾ ਅਰਥ ਹੈ ਮਹਾਨ ਪਹਿਲਵਾਨ। ਪਹਿਲਵਾਨ ਇੱਥੇ ਬੇਸਿਕਲੀ ਗ੍ਰੇਟ ਰੈਸਲਰ ਆ। ਰੈਸਲਰ ਹੁੰਦਾ ਜੀ ਜਿਹੜਾ ਆਪਣੀ ਚੀਜ਼ ਜਿੱਤ ਕੇ ਆਉਂਦਾ, ਹਨਾ, ਜਿੱਤ ਕੇ ਆਉਂਦਾ ਜਿਹੜਾ। ਤਾਂ ਇਸ ਨੇ ਜਿਹੜਾ ਆਪਣਾ ਹਿੱਸਾ ਉਹਨਾਂ ਕੋਲ ਚਲ ਗਿਆ ਸੀ, ਚਾਲੁਕਿਆ ਕੋਲ, ਉਹਨਾਂ ਕੋਲ ਵਾਪਸ ਲੈ ਲਿਆ ਸੀ। ਆਪਣਾ ਹਿੱਸਾ ਜਿੱਤ ਕੇ ਵਾਪਸ ਲਿਆ ਸੀ ਇਸਨੇ। ਆਪਾਂ ਯਾਦ ਕਰੀਏ, ਮਹਿੰਦਰ ਵਰਮਨ ਵਨ ਦੇ ਖਿਲਾਫ ਪੁਲਾਕੇਸਿਨ II ਨੇ ਲੜਾਈ ਲੜੀ ਤੇ ਕਾਫੀ ਹਿੱਸਾ ਪੱਲਵਾਂ ਦਾ ਆਪਣੇ ਵਿੱਚ ਮਿਲਾ ਲਿਆ। ਤਾਂ ਉਸਦੇ ਲੜਕੇ ਨਰਸਿਮ ਵਰਮਨ ਪਹਿਲੇ ਨੇ ਕੀ ਕੀਤਾ? ਜੰਗ ਲੜੀ ਚਾਲੁਕਿਆ ਦੇ ਖਿਲਾਫ ਤੇ ਆਪਣਾ ਹਿੱਸਾ ਕਾਫੀ ਵਾਪਸ ਲਿਆ। ਪਲੱਸ ਉਹਨਾਂ ਦਾ ਜਿਹੜਾ ਬੱਲਵੀ ਏਰੀਆ ਸੀ, ਰਾਜਧਾਨੀ ਸੀ, ਉਸਨੂੰ ਵੀ ਕੀ ਕਰਤਾ? ਬੱਲਵੀ ਸ਼ਹਿਰ ਨੂੰ ਵੀ ਜਿੱਤ ਲਿਆ ਤੇ ਉਸਨੂੰ ਡਿਸਟਰੋਏ ਕਰਤਾ। ਮਮੱਲਾ ਕਿਹਨੂੰ ਕਹਿੰਦੇ ਸੀ? ਮਹਿੰਦਰ ਵਰਮਨ ਵਨ ਦੇ ਮੁੰਡੇ ਨੂੰ, ਉਹ ਅਗਲੇ ਰਾਜੇ ਨੂੰ, ਦੂਸਰੇ ਰਾਜੇ ਨੂੰ ਨਰਸਿਮ ਵਰਮਨ ਪਹਿਲੇ ਨੂੰ ਮਮੱਲਾ ਵੀ ਕਹਿੰਦੇ ਸੀ। ਮਮੱਲਾ ਦਾ ਮਤਲਬ ਹੈ ਮਹਾਨ ਪਹਿਲਵਾਨ। ਠੀਕ ਹੈ ਜੀ। ਉਹ ਆਪਣੇ ਪਿਤਾ ਮਹਿੰਦਰ ਵਰਮਨ ਵਨ, ਪਿਤਾ ਦੀ ਚਾਲੁਕਿਆ ਸ਼ਾਸਕ ਪੁਲਕੇਸਿਨ II ਦੇ ਹੱਥੋਂ ਹੋਈ ਹਾਰ ਦਾ ਬਦਲਾ ਲੈਣਾ ਚਾਹੁੰਦਾ ਸੀ। ਆਪਾਂ ਗੱਲ ਕੀਤੀ ਕਿ ਚਾਲੁਕਿਆ ਤੇ ਪੱਲਵਾਂ ਦਾ ਆਪਸ ਵਿੱਚ ਕਾਫੀ ਟਕਰਾਅ ਚੱਲਦਾ ਰਿਹਾ। ਪਹਿਲਾਂ ਕੀ ਕੀਤਾ? ਪੁਲਕੇਸਿਨ II ਨੇ ਆਪਣੇ ਮਹਿੰਦਰ ਵਰਮਨ ਵਨ ਨੂੰ ਹਰਾ ਕੇ ਉਸਦਾ ਕਾਫੀ ਹਿੱਸਾ ਆਪਣੇ ਵਿੱਚ ਮਿਲਾ ਲਿਆ। ਹੁਣ ਮੁੰਡਾ ਕਹਿੰਦਾ, ਨਰਸਿਮ ਵਰਮਨ ਵਨ ਕਹਿੰਦਾ ਮੈਂ ਬਦਲਾ ਲੈਣਾ ਇਸ ਗੱਲ ਦਾ। ਕਾਂਚੀ ਦੇ ਨੇੜੇ ਮਨੀਮੰਗਲਮ ਦੀ ਲੜਾਈ ਵਿੱਚ ਪੁਲਕੇਸਿਨ II ਉੱਤੇ ਉਸਦੀ ਜਿੱਤ ਦਾ ਜ਼ਿਕਰ ਕੁਰਮ ਤਾਂਬੇ ਦੀਆਂ ਪਲੇਟਾਂ ਵਿੱਚ ਮਿਲਦਾ ਹੈ। ਇਹ ਗੱਲ ਇਨਸਕ੍ਰਿਪਸ਼ਨ ਵਿੱਚ ਮਿਲਦੀ ਆ, ਉਕਰੀ ਹੋਈ ਮਿਲਦੀ ਆ, ਤਾਂਬੇ ਦੀਆਂ ਪਲੇਟਾਂ ਤੇ ਲਿਖਿਆ ਹੋਇਆ ਹੈ ਜੀ ਪਹਿਲਾਂ ਦਾ, ਬਹੁਤ ਪੁਰਾਣਾ, ਵੀ ਹਾਂ ਵੀ ਨਰਸਿਮ ਵਰਮਨ ਨੇ ਪੁਲਕੇਸਿਨ II ਨੂੰ ਹਰਾਤਾ ਸੀ। ਠੀਕ ਹੈ ਜੀ। ਉਸਦਾ ਜਨਰਲ ਪ੍ਰਾਨਜੋਤੀ ਦੀ ਅਗਵਾਈ ਹੇਠ ਪੱਲਵ ਸੈਨਾ ਨੇ ਪਿੱਛੇ ਹਟ ਰਹੀ ਚਾਲੁਕਿਆ ਸੈਨਾ ਦਾ ਪਿੱਛਾ ਕੀਤਾ। ਚਾਲੁਕਿਆ ਖੇਤਰ ਵਿੱਚ ਦਾਖਲ ਹੋ ਕੇ ਉਹਨਾਂ ਨੇ ਰਾਜਧਾਨੀ ਬਤਾਪੀ ਸੀ ਰਾਜਧਾਨੀ ਜੀ, ਉਸ ਤੇ ਕਬਜ਼ਾ ਕਰ ਲਿਆ ਅਤੇ ਉਸਨੂੰ ਤਬਾਹ ਕਰ ਦਿੱਤਾ। ਠੀਕ ਹੈ। ਪੱਲਵਾ ਦਾ ਜਿਹੜਾ ਜਨਰਲ ਸੀ ਪ੍ਰਾਨਜੋਤੀ, ਉਸਨੇ ਪਿੱਛੇ ਜਾ ਰਹੀ ਸੈਨਾ ਜਿਹੜੀ ਸੀਗੀ ਕਿਹੜੀ? ਚਾਲੁਕਿਆ ਦੀ ਪਿੱਛੇ ਜਾ ਰਹੀ ਸੈਨਾ ਦਾ ਪਿੱਛਾ ਕੀਤਾ ਤੇ ਉਹਨਾਂ ਦੇ ਹੀ ਏਰੀਏ ਵਿੱਚ ਦਾਖਲ ਹੋ ਕੇ ਉਹਨਾਂ ਦੀ ਰਾਜਧਾਨੀ ਬਤਾਪੀ ਤੇ ਕਬਜ਼ਾ ਕਰ ਲਿਆ ਤੇ ਇਸਨੂੰ ਤਬਾਹ ਕਰ ਦਿੱਤਾ। ਤਾਂ ਇਸ ਕਰਕੇ ਨਰਸਿਮ ਵਰਮਨ ਨੇ ਬਤਾਪੀ ਕੋਂਡਾ ਦਾ ਸਿਰਲੇਖ ਧਾਰਨ ਕੀਤਾ। ਬਤਾਪੀ ਕੋਂਡਾ ਮਤਲਬ ਬਤਾਪੀ ਨੂੰ ਜਿੱਤਣ ਵਾਲਾ, ਹਨਾ, ਕੁਛ ਇਸ ਤਰ੍ਹਾਂ ਦਾ ਹੀ ਹੋਏਗਾ ਮਤਲਬ ਬਤਾਪੀ ਕੋਂਡਾ। ਤਾਂ ਬਤਾਪੀ ਕੋਂਡਾ ਕਿਹੜੇ ਰਾਜੇ ਨੂੰ ਕਿਹਾ ਜਾਂਦਾ ਹੈ? ਨਰਸਿਮ ਵਰਮਨ ਵਨ ਨੂੰ। ਠੀਕ ਹੈ ਜੀ। ਉਸਨੇ ਗੁਆਚਿਆ ਇਲਾਕਾ ਮੁੜ ਹਾਸਲ ਕਰ ਲਿਆ।
ਨਰਸਿਮ ਵਰਮਨ ਵਨ ਦੀ ਇੱਕ ਹੋਰ ਮਹੱਤਵਪੂਰਨ ਪ੍ਰਾਪਤੀ ਸ਼੍ਰੀਲੰਕਾ ਲਈ ਉਸਦੀ ਸਮੁੰਦਰੀ ਮੁਹਿੰਮ ਸੀ। ਉਹ ਸਮੁੰਦਰ ਰਾਹੀਂ ਸ਼੍ਰੀਲੰਕਾ ਤੱਕ ਵੀ ਗਿਆ। ਉਸਨੇ ਆਪਣੇ ਦੋਸਤ ਅਤੇ ਸ਼੍ਰੀਲੰਕਾ ਦੇ ਰਾਜਕੁਮਾਰ ਮਾਨ ਵਰਮਾ ਨੂੰ ਗੱਦੀ ਤੇ ਬਹਾਲ ਕੀਤਾ। ਇਹ ਪ੍ਰਸ਼ਨ ਆ ਸਕਦਾ ਕਿ ਪੱਲਵਾਂ ਦਾ ਉਹ ਕਿਹੜਾ ਰਾਜਾ ਸੀ ਜਿਸਨੇ ਸਮੁੰਦਰੀ ਮੁਹਿੰਮ ਚਲਾਈ, ਸ਼੍ਰੀਲੰਕਾ ਤੱਕ ਗਿਆ ਤੇ ਆਪਣੇ ਦੋਸਤ ਅਤੇ ਸ਼੍ਰੀਲੰਕਾ ਦੇ ਰਾਜਕੁਮਾਰ ਮਾਨ ਵਰਮਾ ਨੂੰ ਗੱਦੀ ਤੇ ਬਹਾਲ ਕੀਤਾ। ਉਹ ਸੀ ਜੀ ਨਰਸਿਮ ਵਰਮਨ ਵਨ। ਠੀਕ ਹੈ ਜੀ। ਆਪਣੇ ਰਾਜ ਦੌਰਾਨ ਹਿਊਨ ਸਾਂਗ ਨੇ ਆਪਣੇ ਰਾਜ ਨਹੀਂ ਕਹਿਣਾ, ਇੱਥੇ ਆਪਣਾ ਕਹਿਣਾ ਆਪਣੀ ਯਾਤਰਾ ਦੌਰਾਨ ਹਿਊਨ ਸਾਂਗ ਨੇ ਪੱਲਵ ਦੀ ਰਾਜਧਾਨੀ ਕਾਂਚੀਪੁਰਮ ਦਾ ਦੌਰਾ ਕੀਤਾ। ਕਾਂਚੀ ਬਾਰੇ ਉਸਦਾ ਵਰਣਨ ਬੜਾ ਸਪਸ਼ਟ ਹੈ। ਹਿਊਨ ਸਾਂਗ ਜਿਹੜਾ ਹਰਸ਼ਵਰਧਨ ਟਾਈਮ ਤੇ ਭਾਰਤ ਆਇਆ ਸੀ, ਚੀਨੀ ਯਾਤਰੀ, ਤਾਂ ਉਸਨੇ ਕਾਂਚੀਪੁਰਮ ਮਤਲਬ ਪੱਲਵਾਂ ਦਾ ਸ਼ਹਿਰ, ਪੱਲਵਾਂ ਦੀ ਰਾਜਧਾਨੀ, ਇਸ ਦਾ ਵੀ ਦੌਰਾ ਕੀਤਾ ਤੇ ਇਸ ਬਾਰੇ ਕਾਫੀ ਸਪਸ਼ਟ ਡਿਟੇਲਡ ਜਾਣਕਾਰੀ ਦਿੱਤੀ ਸਾਨੂੰ। ਇਸ ਤਰ੍ਹਾਂ ਦੀ ਜਾਣਕਾਰੀ ਜਿਹੜੀ ਕਿ ਕਾਫੀ ਸਪਸ਼ਟ ਸੀ, ਸਿੱਧੀ ਗੱਲਾਂ ਉਹਨੂੰ ਕਹੀਆਂ। ਉਹ ਕਹਿੰਦਾ ਆ ਕਿ ਇਹ ਜਿਹੜਾ ਸ਼ਹਿਰ ਆ ਕਾਂਚੀਪੁਰਮ, ਉਹ ਇਸ ਨੂੰ 6 ਮੀਲ ਦੇ ਘੇਰੇ ਵਿੱਚ ਫੈਲਿਆ ਵੱਡਾ ਅਤੇ ਸੁੰਦਰ ਸ਼ਹਿਰ ਕਹਿੰਦਾ ਹੈ। ਕਿਸ ਨੂੰ? ਕਾਂਚੀਪੁਰਮ ਨੂੰ। ਵੀ ਇਸ ਸ਼ਹਿਰ ਦਾ ਘੇਰਾ ਕਿੰਨਾ ਆ, ਪੂਰਾ ਪੈਰੀਫੇਰਲ ਸਰਕਮਫਰੈਂਸ ਕਿੰਨਾ ਆ, ਘੇਰਾ ਕਿੰਨਾ ਆ 6 ਮੀਲ। ਤਾਂ 6 ਮੀਲ ਦੇ ਘੇਰੇ ਅੰਦਰ ਫੈਲਿਆ ਇੱਕ ਬਹੁਤ ਹੀ ਵੱਡਾ ਤੇ ਸੁੰਦਰ ਸ਼ਹਿਰ ਸੀ ਕਾਂਚੀਪੁਰਮ। ਇਸ ਵਿੱਚ 100 ਬੋਧੀ ਮੱਠ ਸਨ। ਬੋਧੀ ਮੱਠ ਮਤਲਬ ਬੋਧੀਆਂ ਦੇ ਮੰਦਰ ਹਨਾ, ਜਿੱਥੇ ਉਹਨਾਂ ਦੀ ਧਾਰਮਿਕ ਜਗ੍ਹਾਵਾਂ, ਜਿਨ੍ਹਾਂ ਵਿੱਚ ਲਗਭਗ 10,000 ਬੋਧੀ ਭਿਕਸ਼ੂ ਰਹਿੰਦੇ ਸਨ। ਠੀਕ ਆ। ਇੱਥੇ ਦੇਖੋ ਇੰਟਰਸਟਿੰਗ ਗੱਲ ਕੀ ਆ, ਸਾਨੂੰ ਪਤਾ ਕਿ ਹਿਊਨ ਸਾਂਗ ਬੁੱਧ ਧਰਮ ਵਿੱਚ ਇੰਟਰਸਟਡ ਸੀ, ਇਸ ਲਈ ਉਹ ਡਾਟਾ ਵੀ ਬੁੱਧ ਧਰਮ ਦਾ ਜ਼ਿਆਦਾ ਇਕੱਠਾ ਕਰਦਾ ਪਿਆ ਆ। ਠੀਕ। ਉਸਦੇ ਬਿਰਤਾਂਤ ਅਨੁਸਾਰ ਕਾਂਚੀ ਦੇ ਲੋਕ ਸਿੱਖਿਆ ਦੀ ਬਹੁਤ ਕਦਰ ਕਰਦੇ ਸਨ। ਸਿੱਖਿਆ ਦੀ ਕਾਫੀ ਇੰਪੋਰਟੈਂਟ ਸੀ। ਜਿਹੜਾ ਕਾਂਚੀ ਸੀ, ਕਾਂਚੀਪੁਰਮ, ਇਸ ਦੇ ਲੋਕ ਸਿੱਖਿਆ ਨੂੰ ਬਹੁਤ ਇੰਪੋਰਟੈਂਟ ਦਿੰਦੇ ਸੀ। ਐਜੂਕੇਸ਼ਨ ਦੇ ਮਾਮਲੇ ਵਿੱਚ ਇਹ ਕਾਫੀ ਸ਼ਹਿਰ ਗਿਣਿਆ ਜਾਂਦਾ ਸੀ। ਅਤੇ ਕਾਂਚੀ ਵਿਖੇ ਕਟਿਕਾ ਇੱਕ ਏਰੀਆ ਦਾ ਨਾਂ ਆ, ਉਹ ਕੀ ਆ, ਸਿੱਖਿਆ ਦੇ ਇੱਕ ਮਹਾਨ ਕੇਂਦਰ ਵਜੋਂ ਜਾਣਿਆ ਜਾਂਦਾ ਸੀ। ਕਟਿਕਾ ਕੀ ਸੀ? ਸਿੱਖਿਆ ਦਾ ਇੱਕ ਮਹਾਨ ਕੇਂਦਰ। ਠੀਕ ਹੈ ਜੀ। ਇੱਥੇ ਕਾਫੀ ਨੌਲੇਜ ਦਾ ਉਹ ਸੀਗਾ, ਸੈਂਟਰ ਸੀ ਇਹ। ਨਰਸਿਮਮ ਵਰਮਨ ਪਹਿਲਾ ਮਮੱਲਾਪੁਰਮ ਸ਼ਹਿਰ ਦਾ ਸੰਸਥਾਪਕ ਸੀ। ਉਸਨੂੰ ਮਮੱਲਾ ਵੀ ਕਿਹਾ ਜਾਂਦਾ ਆ ਤੇ ਉਸਨੇ ਇੱਕ ਸ਼ਹਿਰ ਸਥਾਪਿਤ ਕੀਤਾ ਜੀ, ਮਮੱਲਾਪੁਰਮ ਕਾਫੀ ਫੇਮਸ ਸ਼ਹਿਰ ਆ, ਆਪਣੇ ਈਸਟ ਕੋਸਟ ਤੇ ਆ, ਹੋਰ ਵੀ ਤੱਟ ਤੇ। ਇੱਥੇ ਟੈਂਪਲ ਵੀ ਬਹੁਤ ਫੇਮਸ ਆ ਇਹਨਾਂ ਦਾ, ਮਮੱਲਾਪੁਰਮ ਦਾ ਸ਼ਹਿਰ ਟੈਂਪਲ ਮੰਦਿਰ। ਤੇ ਇਸ ਸ਼ਹਿਰ ਦਾ ਫਾਊਂਡਰ ਕੌਣ ਸੀ? ਨਰਸਿਮਮ ਵਰਮਨ ਪਹਿਲਾ। ਅਤੇ ਉਸਦੇ ਰਾਜ ਦੌਰਾਨ ਇੱਥੇ ਮੋਨੋਲਿਥਿਕ ਰੱਥ ਬਣਾਏ ਗਏ ਸਨ। ਮੋਨੋਲਿਥਿਕ ਰੱਥ ਇਹ ਬੜੇ ਫੇਮਸ ਆ। ਮੋਨੋ ਮਤਲਬ ਇੱਕ, ਲਿਥਿਕ ਮਤਲਬ ਇੱਕ ਹੀ ਪ੍ਰਕਾਰ ਦੇ ਪੱਥਰ ਦੇ, ਇੱਕ ਹੀ ਪੱਥਰ ਤੋਂ ਕੱਟ ਕੇ ਰੱਥ ਬਣਾਏ ਗਏ ਸਨ। ਰੱਥ ਦਾ ਮਤਲਬ ਇਹ ਨਹੀਂ ਕਿ ਰੱਥ ਸੱਚੀ ਚਲਾਉਣੇ ਆ, ਰੱਥ ਇਸ ਤਰ੍ਹਾਂ ਦੇ ਆ, ਦੇਖੋ ਆਹ ਇੱਕ ਰੱਥ ਆ। ਠੀਕ। ਇਹ ਇੱਕ ਹੀ ਪੱਥਰ ਤੋਂ ਕੱਟ ਕੇ ਬਣਾਇਆ। ਇੱਕ ਆਹ ਰੱਥ ਆ, ਇੱਕ ਆਹ ਰੱਥ ਆ, ਇੱਕ ਆਹ ਰੱਥ ਆ। ਠੀਕ। ਤੇ ਇੱਕ ਹੀ ਪੱਥਰ ਤੋਂ ਕੱਟ ਕੇ ਬਣਾਏ ਗਏ ਆ। ਬੇਸਿਕਲੀ ਇਹ ਮੰਦਿਰ ਆ ਇਹ। ਠੀਕ। ਤੇ ਇੱਕ ਹਿਸਾਬ ਨਾਲ ਧਾਰਮਿਕ ਅਹਿਮੀਅਤ ਆ ਇਹਨਾਂ ਦੀ। ਮੋਨੋਲਿਥਿਕ ਰੱਥ, ਇੱਕ ਹੀ ਪੱਥਰ ਤੋਂ ਕੱਟ ਕੇ ਰੱਥ ਬਣਾਏ ਗਏ ਆ। ਤੁਸੀਂ ਫੋਟੋ ਦੇਖ ਲੈਣੀ, ਸਮਝ ਲੈਣੀ। ਇਹਨਾਂ ਨੂੰ ਅਸੀਂ ਡਿਟੇਲ 'ਚ ਬਾਅਦ 'ਚੋਂ ਪੜ੍ਹਾਂਗੇ ਵੀ ਇਹ ਰੱਥ ਦਾ ਕੀ ਸਿਗਨੀਫਿਕੈਂਸ ਆ, ਹੈ ਨਾ, ਕਿਹਨਾਂ ਨੂੰ ਸਮਰਪਿਤ ਆ ਇਹ ਰੱਥ, ਉਹ ਅਸੀਂ ਪੜ੍ਹਾਂਗੇ ਬਾਅਦ ਵਿੱਚ ਜਦੋਂ ਅਸੀਂ NCERT ਵਗੈਰਾ ਕਿਤਾਬਾਂ ਪੜ੍ਹਾਂਗੇ। ਹੁਣ ਬੇਸਿਕ ਤੁਸੀਂ ਸਮਝ ਲਿਓ। ਮਮੱਲਾਪੁਰਮ ਸ਼ਹਿਰ ਦਾ ਸੰਸਥਾਪਕ ਕੌਣ ਸੀ? ਨਰਸਿਮਮ ਵਰਮਨ। ਤੇ ਉਸਨੇ ਹੀ ਇਸੇ ਰਾਜ ਦੌਰਾਨ ਕੀ ਆ, ਮੋਨੋਲਿਥਿਕ ਰੱਥ ਇੱਥੇ ਬਣਾਏ ਗਏ ਸੀ। ਮੋਨੋਲਿਥਿਕ ਰੱਥ ਆਹ ਵਾਲੇ। ਠੀਕ ਹੈ ਜੀ। ਅੱਜ ਲਈ ਇੰਨਾ ਹੀ ਰਹਿਣ ਦਿੰਦੇ ਹਾਂ, ਬਾਕੀ ਨੈਕਸਟ ਕਲਾਸ ਵਿੱਚ ਕਰਦੇ ਹਾਂ। ਸ਼ੁਕਰੀਆ ਜੀ, ਸਤਿ ਸ਼੍ਰੀ ਅਕਾਲ।